ਸਤਿ ਸ਼੍ਰੀ ਅਕਾਲ। ਅੱਜ ਅਸੀਂ ਇੱਕ ਅਜਿਹੇ ਪਾਤਰ ਦੇ ਬਾਰੇ ਗੱਲ ਕਰਾਂਗੇ ਜਿਸ ਨੇ ਇੱਕ ਨਾਵਲ ਨੂੰ ਬਹੁਤ ਪ੍ਰਸਿੱਧੀ ਹਾਸਲ ਕਰਵਾਈ ਪੰਜਾਬੀ ਸਾਹਿਤ ਜਗਤ ਦੇ ਵਿੱਚ। ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਨਾਵਲ ਇਹ ਹਮਾਰਾ ਜੀਵਨਾ ਦੀ ਪਾਤਰ ਭਾਨੋ ਬਾਰੇ। ਨਾਵਲ ਇਹ ਹਮਾਰਾ ਜੀਵਨਾ ਦੀ ਮੁੱਖ ਪਾਤਰ ਭਾਨੋ ਹੈ। ਉਸਦੇ ਪਾਤਰ ਰਾਹੀਂ ਨਾਵਲ ਲੇਖਿਕਾ ਡਾਕਟਰ ਦਲੀਪ ਕੌਰ ਟਿਵਾਣਾ ਨੇ ਆਪਣੇ ਆਲੇ ਦੁਆਲੇ ਦੇ ਸਮਾਜ ਵਿੱਚ ਇਸਤਰੀ ਜਾਤੀ ਨਾਲ ਹੁੰਦੇ ਧੱਕੇ ਅਤੇ ਅਨਿਆਂ ਦੀ ਝਾਕੀ ਨੂੰ ਪੇਸ਼ ਕੀਤਾ ਹੈ। ਭਾਨੋ ਇਸ ਨਾਵਲ ਦੀਆਂ ਸਾਰੀਆਂ ਘਟਨਾਵਾਂ ਦਾ ਕੇਂਦਰ ਬਿੰਦੂ ਹੈ। ਬਾਕੀ ਇਸਤਰੀ ਪਾਤਰ ਉਸਦੇ ਚਰਿੱਤਰ ਅਤੇ ਉਸਦੇ ਆਲੇ ਦੁਆਲੇ ਦੇ ਦੂਸ਼ਿਤ ਸਮਾਜਿਕ ਵਾਤਾਵਰਣ ਨੂੰ ਉਘਾੜਨ ਦੇ ਵਿੱਚ ਸਹਾਇਤਾ ਕਰਦੇ ਹਨ। ਉਹ ਨਾਵਲ ਦੇ ਮਰਦ ਮੁੱਖ ਪਾਤਰ ਨਰੈਣ ਦੇ ਚਰਿੱਤਰ ਵਿੱਚ ਤਬਦੀਲੀ ਅਤੇ ਉਸਦੇ ਜੀਵਨ ਨੂੰ ਬਦਲਣ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਉਹ ਨਾਵਲ ਦੀਆਂ ਘਟਨਾਵਾਂ ਦੇ ਵਿਕਾਸ ਅਤੇ ਉਹਨਾਂ ਨੂੰ ਮੋੜਾ ਦੇਣ ਵਿੱਚ ਵੀ ਮਹੱਤਵਪੂਰਨ ਪਾਤਰ ਹੈ। ਇਹਨਾਂ ਗੁਣਾਂ ਕਰਕੇ ਉਹ ਨਾਵਲ ਦੀ ਮੁੱਖ ਪਾਤਰ ਭਾਵ ਨਾਇਕਾ ਦੇ ਰੂਪ ਦੇ ਵਿੱਚ ਉੱਭਰਦੀ ਹੈ। ਭਾਨੋ ਨੂੰ ਨਾਵਲ ਦੀ ਨਾਇਕਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹ ਨਾਵਲ ਦੀਆਂ ਘਟਨਾਵਾਂ ਦੇ ਪਾਤਰਾਂ ਨੂੰ ਆਪਣੇ ਅਨੁਸਾਰ ਬਦਲਣ ਦੇ ਵਿੱਚ ਸਮਰੱਥ ਨਹੀਂ, ਸਗੋਂ ਉਹ ਆਪ ਉਹਨਾਂ ਸਾਹਮਣੇ ਬੇਵਸ ਹੋ ਕੇ ਰਹਿ ਜਾਂਦੀ ਹੈ। ਇਸ ਪ੍ਰਕਾਰ ਉਸ ਦਾ ਚਰਿੱਤਰ ਇੱਕ ਵਿਚਾਰੀ ਦੇ ਰੂਪ ਵਿੱਚ ਉੱਭਰਦਾ ਹੈ। ਭਾਨੋ ਦਾ ਪਹਿਲਾ ਵਿਆਹ ਸਰਵਣ ਦੇ ਨਾਲ ਹੋਇਆ ਸੀ। ਉਸਦੇ ਮਰਨ ਮਗਰੋਂ ਆਪਣੇ ਪਿਓ ਦੁਆਰਾ ਦੁਬਾਰਾ ਵੇਚੇ ਜਾਣ ਦੀ ਖਬਰ ਪਾ ਕੇ ਉਹ ਗੰਗਾ ਵਿੱਚ ਡੁੱਬਣ ਚਲੀ ਗਈ, ਪਰ ਇੱਥੋਂ ਮੌਤ ਦੀ ਥਾਂ ਉਸਨੂੰ ਨਰੈਣ ਮਿਲ ਗਿਆ। ਨਰੈਣ ਨੇ ਉਸਦੇ ਕੋਈ ਬੱਚਾ ਨਾ ਹੋਣ ਕਰਕੇ ਹੋਰ ਵਿਆਹ ਕਰਵਾ ਲਿਆ ਅਤੇ ਘਰ ਵਿੱਚ ਕਲੇਸ਼ ਦੇਖ ਕੇ ਉਸਨੇ ਭਾਨੋ ਨੂੰ ਫੱਤੇ ਨਾਲ ਤੋੜ ਦਿੱਤਾ। ਅੱਗੇ ਅਸੀਂ ਕੁਝ ਅਜਿਹੇ ਤੱਥਾਂ ਬਾਰੇ ਗੱਲ ਕਰਾਂਗੇ ਜਿਹੜੇ ਭਾਨੋ ਨੂੰ ਇਸ ਨਾਵਲ ਦੇ ਵਿੱਚ ਸਭ ਤੋਂ ਅਲੱਗ ਰੂਪ ਵਿੱਚ ਪੇਸ਼ ਕਰਦੇ ਹਨ। ਉੱਚੇ ਚਰਿੱਤਰ ਵਾਲੀ। ਭਾਨੋ ਉੱਚੇ ਚਰਿੱਤਰ ਵਾਲੀ ਇਸਤਰੀ ਹੈ। ਉਸਨੇ ਆਪਣੇ ਪਹਿਲੇ ਪਤੀ ਦੇ ਘਰ ਰਹਿੰਦਿਆਂ ਆਪਣੇ ਉੱਪਰ ਭੈੜੀ ਨਜ਼ਰ ਰੱਖਣ ਵਾਲੇ ਪਤੀ ਦੇ ਭਰਾਵਾਂ ਨੂੰ ਆਪਣੇ ਨੇੜੇ ਨਾ ਟੁੱਕਣ ਦਿੱਤਾ ਅਤੇ ਇਸ ਤਰ੍ਹਾਂ ਆਪਣੀ ਇੱਜ਼ਤ ਨੂੰ ਬਚਾ ਕੇ ਰੱਖਿਆ। ਫਿਰ ਨਰੈਣ ਦੇ ਘਰ ਵਸਦਿਆਂ ਉਸਨੇ ਜਾਗਰ ਤੋਂ ਆਪਣੀ ਇੱਜ਼ਤ ਨੂੰ ਬਚਾਇਆ। ਇਸੇ ਤਰ੍ਹਾਂ ਉਸਨੂੰ ਇੰਦਰ ਅਤੇ ਭਾਈ ਦੀ ਹਰਕਤ ਵੀ ਚੰਗੀ ਨਾ ਲੱਗੀ। ਇੱਕ ਸੁਚੱਜੀ ਘਰੋਗੀ ਇਸਤਰੀ। ਭਾਨੋ ਇੱਕ ਜ਼ਿੰਮੇਵਾਰ ਘਰੋਗੀ ਇਸਤਰੀ ਹੈ। ਜਿੰਨਾ ਚਿਰ ਉਸਦਾ ਪਹਿਲਾ ਪਤੀ ਜਿਉਂਦਾ ਰਿਹਾ ਉਸਨੇ ਉਸ ਨਾਲ ਬਹੁਤ ਚੰਗਾ ਸਮਾਂ ਗੁਜ਼ਾਰਿਆ ਅਤੇ ਫਿਰ ਜਦੋਂ ਉਹ ਨਰੈਣ ਦੇ ਘਰ ਆ ਗਈ ਤਾਂ ਉੱਥੇ ਵੀ ਘਰ ਦਾ ਸਾਰਾ ਕੰਮ ਆਪ ਕਰਨ ਲੱਗੀ ਰਹਿੰਦੀ ਅਤੇ ਆਏ ਗਏ ਨਾਲ ਬਹੁਤ ਚੰਗੀ ਤਰ੍ਹਾਂ ਪੇਸ਼ ਹੁੰਦੀ। ਉਹ ਬੁਣਤੀ ਦਾ ਕੰਮ ਭਲੀ ਭਾਂਤੀ ਜਾਣਦੀ ਸੀ। ਜਲਦੀ ਪਸੀਜ ਜਾਣ ਵਾਲੀ। ਜਦੋਂ ਜਾਗਰ ਉਸਨੂੰ ਖੂਹ ਉੱਤੇ ਮਿਲਦਾ ਹੈ ਤਾਂ ਇਹ ਉਸ ਦੀਆਂ ਗੱਲਾਂ ਤੇ ਤਰਲਿਆਂ ਨਾਲ ਪਸੀਜ ਜਾਂਦੀ ਹੈ ਤੇ ਉਸਨੂੰ ਪਿਆਰ ਦੇਣ ਦਾ ਇਕਰਾਰ ਦਿੰਦੀ ਹੈ, ਭਾਵੇਂ ਇਹ ਝੂਠਾ ਹੀ ਸੀ। ਧਾਰਮਿਕ ਬਿਰਤੀ ਵਾਲੀ। ਭਾਨੋ ਧਾਰਮਿਕ ਬਿਰਤੀ ਵਾਲੀ ਇਸਤਰੀ ਹੈ। ਉਹ ਗੁਰਦੁਆਰੇ ਵੀ ਜਾਂਦੀ ਹੈ। ਜਿੱਥੇ ਕਿਤੇ ਪਾਠ ਦਾ ਭੋਗ ਹੋਵੇ ਉੱਥੇ ਜਾ ਕੇ ਬੈਠ ਜਾਂਦੀ ਹੈ ਅਤੇ ਲੰਗਰ ਤੇ ਜੋੜਿਆਂ ਦੀ ਸੇਵਾ ਕਰਦੀ ਹੈ। ਅਸਲ ਵਿੱਚ ਉਸਨੂੰ ਗੁਰਦੁਆਰੇ ਜਾਣ ਅਤੇ ਪਾਠ ਕਰਨ ਦੀ ਆਦਤ ਆਪਣੀ ਮਾਂ ਦੇ ਕੋਲੋਂ ਬਚਪਨ ਵਿੱਚ ਹੀ ਪਈ ਸੀ। ਕਲਾਕਾਰੀ ਰੁਚੀਆਂ ਵਾਲੀ। ਭਾਨੋ ਸੰਤੀ ਦਾ ਸਿਰ ਫੋਲਦਿਆਂ ਇੱਕ ਲੋਕ ਗੀਤ ਗਾਉਂਦੀ ਹੈ ਜਿਸ ਨੂੰ ਸੁਣ ਕੇ ਸੰਤੀ ਕਹਿੰਦੀ ਹੈ, ਕੁੜੇ ਭਾਨੋ ਤੂੰ ਤਾਂ ਬੜਾ ਹੀ ਸੋਹਣਾ ਗਾਉਂਦੀ ਹੈ। ਫਿਰ ਉਹ ਆਪਣੀ ਨਨਾਣ ਦੀ ਕੁੜੀ ਦੇ ਵਿਆਹ ਉੱਤੇ ਖੂਬ ਨੱਚਦੀ ਹੈ ਅਤੇ ਬੋਲੀਆਂ ਪਾਉਂਦੀ ਹੈ। ਪਹਿਲੇ ਪਤੀ ਨੂੰ ਨਾ ਭੁੱਲ ਸਕਣ ਵਾਲੀ। ਭਾਨੋ ਦਾ ਸਰਵਣ ਨਾਲ ਬਹੁਤ ਪਿਆਰ ਸੀ। ਉਸਦੇ ਘਰ ਉਸਨੇ ਬਹੁਤ ਚੰਗਾ ਸਮਾਂ ਗੁਜ਼ਾਰਿਆ ਸੀ, ਪਰੰਤੂ ਸਰਵਣ ਦੇ ਗੁਜ਼ਰ ਜਾਣ ਤੋਂ ਬਾਅਦ ਉਹ ਸਰਵਣ ਨੂੰ ਹਰ ਜਗ੍ਹਾ ਲੱਭਦੀ ਸੀ। ਖਬਰੇ ਉਹ ਉਸਨੂੰ ਮਰਨ ਤੋਂ ਬਾਅਦ ਹੀ ਕਿਉਂ ਨਾ ਮਿਲ ਜਾਵੇ। ਭਵਿੱਖ ਬਾਰੇ ਸੋਚਣ ਵਾਲੀ। ਨਰੈਣ ਦੇ ਨਾਲ ਰਹਿੰਦੇ ਸਮੇਂ ਭਾਨੋ ਉਸਨੂੰ ਫਸਲ ਉਗਾਉਣ ਅਤੇ ਡੰਗਰਾਂ ਨੂੰ ਪਾਲਣ ਦੀ ਮੱਤ ਭਵਿੱਖ ਖਾਤਰ ਦਿੰਦੀ ਹੈ। ਉਸਨੂੰ ਡਰ ਸੀ ਕਿ ਬੁਢੇਪੇ ਦੇ ਮੋੜ ਤੇ ਕੋਈ ਨਹੀਂ ਹੁੰਦਾ, ਇਸ ਲਈ ਆਪ ਹੀ ਹੰਭਲਾ ਮਾਰਨਾ ਪੈਂਦਾ ਹੈ। ਉਸਨੇ ਪਸ਼ੂਆਂ ਦੀਆਂ ਖੁਰਲੀਆਂ ਤੋਂ ਲੈ ਕੇ ਦੁੱਧ ਨੂੰ ਉਬਾਲਣ ਤੱਕ ਸਾਰੇ ਕੰਮ ਆਪ ਹੀ ਪੂਰੇ ਕੀਤੇ ਸਨ। ਖੂਬਸੂਰਤ ਇਸਤਰੀ। ਭਾਨੋ ਸਰੀਰ ਦੀ ਪਤਲੀ, ਰੰਗ ਗੋਰਾ, ਅੱਖਾਂ ਸੁਰੀਲੀਆਂ ਅਤੇ ਨਖਰੇ ਵਾਲੀ ਔਰਤ ਹੈ। ਸਰਵਣ ਉਸਨੂੰ ਸੁੰਦਰਤਾ ਤੋਂ ਮੋਹਿਤ ਹੋ ਕੇ ਭਾਨੋ ਤੋਂ ਭਾਨ ਨਾਲ ਸੰਬੋਧਿਤ ਕਰਦਾ ਹੈ। ਉਸਦੀ ਖੂਬਸੂਰਤੀ ਤੋਂ ਮੋਹਿਤ ਹੋ ਕੇ ਸਰਵਣ ਦੇ ਭਰਾ ਅਤੇ ਉਸਦਾ ਯਾਰ ਜਾਗਰ ਭਾਨੋ ਨੂੰ ਦਿਲ ਦੇ ਬੈਠੇ ਸਨ। ਔਲਾਦ ਦੀ ਚਾਹਤ ਰੱਖਣ ਵਾਲੀ। ਬੇਬੇ ਸੰਤੀ ਨਾਲ ਆਪਣਾ ਦਿਲ ਫਰੋਲਦਿਆਂ ਭਾਨੋ ਦੁਖੀ ਹੋ ਕੇ ਦੱਸਦੀ ਹੈ ਕਿ ਜੇਕਰ ਸਰਵਣ ਦੀ ਕੋਈ ਨਿਸ਼ਾਨੀ ਹੁੰਦੀ ਤਾਂ ਉਹ ਸਾਰੀ ਉਮਰ ਬੜੇ ਚਾਅ ਅਤੇ ਉਮੀਦ ਨਾਲ ਕੱਟਦੀ, ਪਰ ਹੁਣ ਇਹ ਮੁਸ਼ਕਿਲ ਹੈ।
ਪੰਛੀਆਂ ਨੂੰ ਪਿਆਰ ਕਰਨ ਵਾਲੀ। ਭਾਨੋ ਕਬੂਤਰਾਂ ਨੂੰ ਪਿਆਰ ਕਰਦੀ ਹੈ। ਜਦੋਂ ਕਬੂਤਰ ਜ਼ਖਮੀ ਹੋ ਜਾਂਦੇ ਹਨ ਤਾਂ ਭਾਨੋ ਉਹਨਾਂ ਦੇ ਮਰਹਮ ਪੱਟੀ ਬੜੀ ਚੰਗੇ ਤਰੀਕੇ ਨਾਲ ਕਰਦੀ ਹੈ ਤਾਂ ਜੋ ਠੀਕ ਹੋ ਕੇ ਆਜ਼ਾਦੀ ਦੇ ਨਾਲ ਅਸਮਾਨ ਦੇ ਵਿੱਚ ਘੁੰਮ ਸਕਣ। ਲਾਲਚ ਤੋਂ ਮੁਕਤ। ਭਾਨੋ ਨੂੰ ਨਾ ਕੱਪੜੇ, ਭਾਂਡੇ, ਪੈਸੇ ਅਤੇ ਨਾ ਹੀ ਕਿਸੇ ਹੋਰ ਚੀਜ਼ ਦਾ ਲਾਲਚ ਸੀ। ਉਹ ਸਾਰੀ ਉਮਰ ਆਪਣੇ ਪਤੀ ਨੂੰ ਮਿਲਣ ਲਈ ਤਰਸਦੀ ਰਹੀ ਸੀ, ਪਰੰਤੂ ਨਾ ਉਸ ਨੂੰ ਘਰੇਲੂ ਜੀਵਨ ਦਾ ਲਾਲਚ ਸੀ ਅਤੇ ਨਾ ਹੀ ਸਰਵਣ ਦੀ ਨਿਸ਼ਾਨੀ ਤੋਂ ਬਿਨਾਂ। ਉਸਨੇ ਆਪਣਾ ਸਾਰਾ ਜੀਵਨ ਦੂਸਰਿਆਂ ਦੀ ਸੇਵਾ ਵਿੱਚ ਗੁਜ਼ਾਰ ਦਿੱਤਾ ਸੀ। ਮਾਨਸਿਕ ਅਸੰਤੁਲਨ ਦੀ ਸ਼ਿਕਾਰ। ਜਦੋਂ ਭਾਨੋ ਨੂੰ ਸੰਤੀ ਤੋਂ ਪਤਾ ਲੱਗਦਾ ਹੈ ਕਿ ਨਰੈਣ ਹਰੀਏ ਦੀ ਸਾਲੀ ਨਾਲ ਵਿਆਹ ਕਰਵਾ ਰਿਹਾ ਹੈ ਤਾਂ ਉਹ ਡੌਰ ਭੌਰ ਹੋ ਜਾਂਦੀ ਹੈ। ਜਿਹੜੀ ਭਾਨੋ ਕਦੇ ਘਰ ਦਾ ਕੰਮ ਕਰਦੀ ਨਹੀਂ ਸੀ ਥੱਕਦੀ, ਉਹ ਅੱਜ ਥੋੜਾ ਜਿਹਾ ਕੰਮ ਕਰਕੇ ਹੀ ਥੱਕ ਜਾਂਦੀ ਹੈ। ਸੁਰਤੀ ਠੀਕ ਨਾ ਹੋਣ ਕਰਕੇ ਉਹ ਕੋਠੇ ਤੋਂ ਹੇਠਾਂ ਡਿੱਗ ਪੈਂਦੀ ਹੈ, ਜਿਸ ਕਰਕੇ ਉਸਨੂੰ 1.5 ਮਹੀਨਾ ਹਸਪਤਾਲ ਦੇ ਵਿੱਚ ਗੁਜ਼ਾਰਨਾ ਪੈਂਦਾ ਹੈ। ਬਦਕਿਸਮਤ ਇਸਤਰੀ। ਭਾਨੋ ਇੱਕ ਬਦਕਿਸਮਤ ਇਸਤਰੀ ਹੈ। ਉਸਦਾ ਪਹਿਲਾ ਪਤੀ ਮਰ ਗਿਆ ਸੀ। ਬਾਪ ਨੇ ਵੀ ਉਸਨੂੰ ਦੁਬਾਰਾ ਵੇਚ ਕੇ ਪੈਸੇ ਵਟਣੇ ਚਾਹੇ। ਫਿਰ ਦੂਸਰਾ ਪਤੀ ਨਰੈਣ ਅਮਲੀ ਟੱਕਰ ਗਿਆ, ਜੋ ਵੇਲੜ, ਨਿਕੰਮਾ ਅਤੇ ਕਾਮਚੋਰ ਸੀ। ਉਸਨੇ ਕੋਈ ਵੀ ਬੱਚਾ ਨਾ ਹੋਇਆ। ਸਿੱਟੇ ਵਜੋਂ ਨਰੈਣ ਉਸਦੀ ਸੌਂਕਣ ਲੈ ਆਇਆ। ਅੰਤ ਨਰੈਣ ਨੇ ਹੀ ਉਸਨੂੰ ਫੱਤੇ ਨਾਲ ਤੋੜ ਦਿੱਤਾ। ਇਸ ਤਰ੍ਹਾਂ ਉਹ ਸਾਰੀ ਉਮਰ ਬਦਕਿਸਮਤੀ ਦੀਆਂ ਠੋਕਰਾਂ ਖਾਂਦੀ ਰਹੀ। ਸਮਾਜਿਕ ਬੁਰਾਈਆਂ ਦੀ ਸ਼ਿਕਾਰ। ਬਚਪਨ ਤੋਂ ਹੀ ਭਾਨੋ ਸਮਾਜਿਕ ਬੁਰਾਈਆਂ ਦੀ ਸ਼ਿਕਾਰ ਹੁੰਦੀ ਆਈ ਹੈ। ਪਹਿਲਾਂ ਅਨਪੜ੍ਹਤਾ, ਫਿਰ ਪੈਸੇ ਲੈ ਕੇ ਕੁੜੀ ਨੂੰ ਵਿਦਾ ਕਰਨਾ, ਦੁਬਾਰਾ ਵਿਆਹੁਣ ਲਈ ਫਿਰ ਵੇਚਣ ਦੀ ਸੋਚ ਰੱਖਣਾ ਅਤੇ ਇਕੱਲੀ ਕੁੜੀ ਨੂੰ ਸਮਾਜਿਕ ਜ਼ਿੰਮੇਵਾਰੀ ਮੰਨ ਕੇ ਸਾਂਝ ਨਾਲ ਰਿਸ਼ਤੇ ਜੋੜਨ ਤੋਂ ਲੈ ਕੇ ਨਰੈਣ ਵੱਲੋਂ ਉਸ ਨੂੰ ਫਿਰ ਕਿਸੇ ਹੋਰ ਸੰਗ ਤੋੜ ਦੇਣ ਤੱਕ ਭਾਨੋ ਸਮਾਜਿਕ ਬੁਰਾਈਆਂ ਦੀ ਸ਼ਿਕਾਰ ਔਰਤ ਹੈ। ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਨਾਵਲ ਇਹ ਹਮਾਰਾ ਜੀਵਨਾ ਭਾਨੋ ਤੋਂ ਬਗੈਰ ਅਧੂਰਾ ਹੈ। ਉਸ ਤੋਂ ਬਿਨਾਂ ਇਸ ਨਾਵਲ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਨਾਵਲਕਾਰ ਡਾਕਟਰ ਦਲੀਪ ਕੌਰ ਟਿਵਾਣਾ ਜੀ ਹਮੇਸ਼ਾ ਔਰਤਾਂ ਦੇ ਨਾਲ ਸਮਾਜ ਵਿੱਚ ਹੁੰਦੇ ਧੱਕੇ ਅਤੇ ਅਨਿਆਂ ਬਾਰੇ ਲਿਖਦੇ ਸਨ। ਉਹਨਾਂ ਦੀ ਇਸ ਲਿਖਣੀ ਸਦਕਾ ਹੀ ਅੱਜ ਸਮਾਜ ਦੇ ਵਿੱਚ ਔਰਤ ਦੀ ਸਥਿਤੀ ਦੇ ਵਿੱਚ ਸੁਧਾਰ ਆਇਆ ਹੈ। ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਸਮੇਂ ਅੱਗੇ ਵਧ ਰਿਹਾ ਹੈ, ਇਸੇ ਤਰ੍ਹਾਂ ਔਰਤ ਦੀ ਸਥਿਤੀ ਦੇ ਵਿੱਚ ਵੀ ਸੁਧਾਰ ਆਵੇਗਾ ਅਤੇ ਸਾਡੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਜਿੰਨੇ ਵੀ ਨਾਵਲਕਾਰ, ਕਹਾਣੀਕਾਰ ਜਾਂ ਫਿਰ ਕਵੀ ਹਨ, ਉਹ ਔਰਤਾਂ ਦੀ ਸਥਿਤੀ ਦੇ ਬਾਰੇ ਨਿਰੰਤਰ ਲਿਖਦੇ ਰਹਿਣਗੇ ਅਤੇ ਸਮਾਜ ਨੂੰ ਜਾਗਰੂਕ ਕਰਦੇ ਰਹਿਣਗੇ। ਧੰਨਵਾਦ।